हर सो हीरा छाड़ कै कर है आने की आस, ते नर दोजक जाएंगे सत पाखै रवैदास। ते नर दोजक जाएंगे सत पाखै रवैदास। ਸਾਹਿਬ ਕਮਾਲ ਦਾਤਾਂ ਦੇ ਦਾਤਾ ਪ੍ਰਭ ਕੀ ਜੋਤ, ਗਰੀਬਾਂ ਤੇ ਮਜਲੂਮਾਂ ਦੇ ਮਸੀਹਾ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਾਹਿਬ ਕਮਾਲ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਇੱਕ ਵਾਰ ਸਾਰੇ ਪਿਆਰ ਨਾਲ ਬੋਲੋ, ਜੋ ਬੋਲੇ ਸੋ ਨਿਰਭੈ, ਜੋ ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸਾਰੀ ਸੰਗਤ ਨੂੰ, ਸਮੂਹ ਜਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸੰਤ ਕਰਮਦਾਸ ਜੀ ਲਿਖਦੇ ਨੇ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਕਾਲੀ ਹੋਏ ਨੇ, ਕਹਿੰਦੇ ਨੇ ਕਿ 1433 की माघ सुदी 15 दुखियों के कल्याण हित प्रगटे श्री गुरु रविदास। दुखियां दे कल्याण लई, दुखियां नूं दुख विचों उभारन दे लई प्रगटे शब्द इत्थे भी प्रगटे वरतिया गया है, जन्मे नहीं कहा गया, क्योंकि जिस दा जन्म हुंदा है उस दा एक दिन मरण भी हुंदा है, अंत भी हुंदा है, पर जो प्रगटदा है वो कदे छुपदा नहीं, वो प्रकाश रूप हमेशा रहिंदा है। ਅਸੀਂ ਦੇਖਦੇ ਹਾਂ ਸੂਰਜ ਉਦੈ ਹੁੰਦਾ ਹੈ ਤੇ ਰਾਤ ਨੂੰ ਵੀ ਜੋ ਵੀ ਰੌਸ਼ਨੀ ਹੁੰਦੀ ਚਾਹੇ ਚੰਦਰਮਾ ਦੀ, ਉਹ ਵੀ ਸੂਰਜ ਦੀ ਹੀ ਹੁੰਦੀ ਹੈ, ਸੂਰਜ ਕਦੇ ਛਿਪਦਾ ਨਹੀਂ। ਤੇ ਇਸੇ ਤਰ੍ਹਾਂ ਜਿਸ ਦਾ ਪ੍ਰਗਟ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਇਸ ਲਈ ਆਪਾਂ ਕਹਿੰਦੇ ਹਾਂ ਕਿ ਹਮੇਸ਼ਾ ਹੀ ਕਹੋ ਜਨਮ ਦਿਨ ਨਹੀਂ, ਪ੍ਰਕਾਸ਼ ਪੁਰਬ ਸਤਿਗੁਰਾਂ ਦੇ ਮਨਾਏ ਜਾਂਦੇ ਨੇ। ਤੇ ਪਿਆਰਿਓ, ਰਹਿਬਰਾਂ ਦੇ ਅਵਤਾਰਾਂ ਦੇ ਪ੍ਰਕਾਸ਼ ਪੁਰਬ ਮਨਾਏ ਤਦ ਹੀ ਸਫਲ ਨੇ ਜੇਕਰ ਇਹਨਾਂ ਦੇ ਪ੍ਰਕਾਸ਼ ਦਿਹਾੜਿਆਂ 'ਤੇ ਅਸੀਂ ਮਨੋਂ ਇੱਕ ਅਰਦਾਸ ਕਰੀਏ, ਕਿਹੜੀ ਕਿ ਐ ਸਤਿਗੁਰੂ ਰਵਿਦਾਸ ਮਹਾਰਾਜ ਜੀ, ਤੁਹਾਡਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਬਸ ਇਹ ਕਿਰਪਾ ਕਰੋ ਕਿ ਜਿਹੜੇ ਸਾਡੇ ਮਨ ਅਗਿਆਨਤਾ ਦੇ ਵਿੱਚ ਫਸੇ ਹੋਏ ਨੇ, ਅਗਿਆਨਤਾ ਦੇ ਹਨੇਰੇ ਵਿੱਚ ਗਏ ਹੋਏ ਨੇ, ਇਹਨਾਂ ਨੂੰ ਵੀ ਕੁਝ ਸੱਚ ਦਾ ਪ੍ਰਕਾਸ਼ ਹੋ ਜਾਏ, ਇਹਨਾਂ ਨੂੰ ਵੀ ਤੁਹਾਡੀ ਬਾਣੀ ਦਾ ਕੁਝ ਪ੍ਰਕਾਸ਼ ਹੋ ਜਾਏ। ਅਤੇ ਗੁਰੂ ਪਿਆਰਿਓ, ਜੇਕਰ ਇਹੋ ਜਿਹੀ ਆਪਾਂ ਸ਼ਰਧਾ ਦੇ ਨਾਲ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਫਿਰ ਤਾਂ ਮਨਾਏ ਸਫਲ ਨੇ। ਆਓ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਵਨ ਪਵਿੱਤਰ ਸ਼ਬਦ, ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕੁਰ ਬਨਾਈ। ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ, ਇਸ ਦੇ ਨਾਲ ਹਾਜ਼ਰ ਲਵਾ ਕੇ ਫਿਰ ਜਿਵੇਂ ਸਤਿਗੁਰ ਪਾਤਸ਼ਾਹ ਹੁਕਮ ਕਰਨਗੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇਰਾ ਰੂਪ ਨਿਆਰਾ ਏ, ਇੱਕ ਪਾਸੇ ਗੁਰੂ ਨਾਨਕ ਬੈਠਾ, ਦੂਜੇ ਗੁਰੂ ਰਵਿਦਾਸ ਪਿਆਰਾ ਏ। ਸਤਸੰਗੀਓ, ਇਹ ਪਾਵਨ ਪਵਿੱਤਰ ਸ਼ਬਦ ਜੋ ਆਪਾਂ ਉਚਾਰਨ ਕਰ ਰਹੇ ਸੀ, ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਨ ਹੋਇਆ ਹੈ, ਪੰਜਵੇਂ ਗੁਰੂ ਨਾਨਕ ਦਾ, ਗੁਰੂ ਨਾਨਕ ਦੀ ਪੰਜਵੀਂ ਜੋਤ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਗਾਹੇ ਬਗਾਹੇ, ਚਾਹੇ ਪਹਿਲੀ ਜੋਤ, ਦੂਜੀ, ਤੀਜੀ, ਚੌਥੀ, ਪੰਜਵੀਂ, ਕਿਸੇ ਵੀ ਰੂਪ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਤਿਗੁਰ ਰਵਿਦਾਸ, ਸਤਿਗੁਰ ਕਬੀਰ, ਸਤਿਗੁਰ ਨਾਮਦੇਵ ਜੀ, ਇਹਨਾਂ ਦੀ ਬਹੁਤ ਵਾਰ ਵਡਿਆਈ ਉਪਮਾ ਕੀਤੀ ਹੈ, ਬਹੁਤ ਵਾਰ ਇਹ ਗੱਲ ਸਾਫ਼ ਕੀਤੀ ਹੈ, ਕਲੀਅਰ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਸਾਨੂੰ ਜੋ ਵੀ ਕੁਝ ਮਿਲਿਆ ਹੈ, ਇਹਨਾਂ ਭਗਤਾਂ ਦੀ, ਇਹਨਾਂ ਸੰਤਾਂ ਦੀ ਕਿਰਪਾ ਸਦਕਾ ਇਹਨਾਂ ਤੋਂ ਹੀ ਮਿਲਿਆ। ਜੋ ਵੀ ਸਾਡਾ ਮਾਰਗ ਹੈ, ਜੋ ਵੀ ਅਸੀਂ ਇੱਕ ਸੋਚ ਲੈ ਕੇ ਚੱਲੇ ਹਾਂ, ਇੱਕ ਕ੍ਰਾਂਤੀਕਾਰੀ ਸੋਚ ਲੈ ਕੇ ਚੱਲੇ ਹਾਂ, ਉਹ ਇਹਨਾਂ ਹੀ ਮਹਾਂਪੁਰਖਾਂ ਦੀ ਦੇਣ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰੀ ਕਲੀਅਰ ਕੀਤਾ ਹੈ ਗੁਰੂ ਪਾਤਸ਼ਾਹ ਨੇ। ਨਹੀਂ ਪੜ੍ਹਨਾ, ਨਹੀਂ ਸਮਝਣਾ, ਇਹ ਸਾਡੀ ਆਪਣੀ ਕਮਜ਼ੋਰੀ ਹੋ ਸਕਦੀ ਹੈ, ਪਰ ਗੁਰੂ ਪਾਤਸ਼ਾਹ ਨੇ ਕੋਈ
ਭੇਦ ਨਹੀਂ ਰੱਖਿਆ, ਕੋਈ ਲੁਕੋ ਨਹੀਂ ਰੱਖਿਆ। ਸਤਿਗੁਰ ਆਖਦੇ ਨੇ ਕਿ ਰਵਿਦਾਸ ਠਾਕੁਰ ਬਨ ਆਈ। ਐਸੀ ਪ੍ਰੀਤ ਸਤਿਗੁਰ ਰਵਿਦਾਸ ਜੀ ਦੀ ਉਸ ਠਾਕੁਰ ਦੇ ਨਾਲ, ਪਰਮੇਸ਼ਰ ਦੇ ਨਾਲ ਬਣ ਗਈ ਕਿ ਕੋਈ ਭੇਦ ਨਹੀਂ ਰਿਹਾ। ਉਹ ਨਿਰੰਕਾਰ ਸਾਕਾਰ ਰੂਪ ਲੈ ਕੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਰੂਪ ਵਿੱਚ ਰੂਹੇ ਜ਼ਮੀਨ ਤੇ ਆਈ। ਅਖੀਰਲੀਆਂ ਪੰਕਤੀਆਂ ਦੇ ਵਿੱਚ ਬੜਾ ਭੇਦ ਚੁੱਕ ਦਿੱਤਾ ਹੈ ਸਤਿਗੁਰਾਂ ਨੇ। ਕਹਿੰਦੇ ਨੇ ਕਿ ਸੰਤ ਪ੍ਰਤਾਪ ਭਰਮ ਸਭ ਨਾਸੇ, ਸਾਰੇ ਭਰਮ ਦੂਰ ਹੋ ਗਏ ਸੰਤਾਂ ਦੀ ਕਿਰਪਾ ਦੇ ਨਾਲ, ਇਹਨਾਂ ਦੇ ਪ੍ਰਤਾਪ ਦੇ ਨਾਲ। ਤੇ ਹੁਣ ਕਿਹੜੇ ਸੰਤਾਂ ਦੀ ਗੱਲ ਚੱਲ ਰਹੀ ਹੈ ਜਿਨ੍ਹਾਂ ਦਾ ਉੱਪਰ ਨਾਮ ਲਿਆ ਹੈ? ਕਬੀਰ, ਰਵਿਦਾਸ, ਨਾਮਦੇਵ, ਸੈਣ। ਪਹਿਲਾ ਨਾਮ ਲੈ ਦਿੱਤਾ ਹੈ ਤੇ ਅਖੀਰ ਵਿੱਚ ਸਤਿਗੁਰ ਆਖਦੇ ਨੇ ਕਿ ਸੰਤ ਪ੍ਰਤਾਪ ਭਰਮ ਸਭ ਨਾਸੇ। ਤੇ ਰਿਜ਼ਲਟ ਕੀ ਹੋਇਆ? ਨਾਨਕ ਮਿਲੈ ਗੁਸਾਈ। ਨਾਨਕ ਵੀ ਉਸ ਗੁਸਾਈ ਵਿੱਚ, ਉਸ ਪਰਮੇਸ਼ਰ ਵਿੱਚ ਅਭੇਦ ਹੋ ਗਏ। ਤੇ ਗੁਰੂ ਪਿਆਰਿਓ, ਕੋਈ ਸਤਿਗੁਰਾਂ ਨੇ ਲੁਕ ਲੁਕਾ ਵਾਲੀ ਗੱਲ ਨਹੀਂ ਰੱਖੀ। ਭਗਤ ਪੀਪਾ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ, ਲਿਖਦੇ ਨੇ, ਕਹਿੰਦੇ ਨੇ ਕਿ ਜੇ ਕਲ ਰਵਿਦਾਸ ਕਬੀਰ ਨਾ ਹੋਤੇ, ਲੋਕ ਵੇਦ ਅਰ ਕਲ ਯੁਗ ਮਿਲ ਕਰ ਭਗਤ ਰਸਾਤਲ ਦੇਤੇ। ਕਹਿੰਦੇ ਨੇ ਕਿ ਕਲਯੁਗ ਦੇ ਸਮੇਂ ਵਿੱਚ ਜੇਕਰ ਇਹ ਦੋ ਰਹਿਬਰ, ਇੱਕ ਸਤਿਗੁਰੂ ਰਵਿਦਾਸ ਤੇ ਸਤਿਗੁਰ ਕਬੀਰ ਜੀ, ਜੇਕਰ ਇਹ ਨਾ ਆਉਂਦੇ, ਲੋਕ ਵੇਦ ਅਰ ਕਲ ਯੁਗ ਮਿਲ ਕਰ ਭਗਤ ਰਸਾਤਲ ਦੇਤੇ। ਲੋਕਾਂ ਨੇ ਆਪਣੇ ਮਨ ਘੜੰਤ ਗ੍ਰੰਥਾਂ ਰਾਹੀਂ, ਵੇਦ ਦਾ ਮਤਲਬ ਹੁੰਦਾ ਹੈ ਗ੍ਰੰਥ, ਕਿਸੇ ਵੀ ਗ੍ਰੰਥ ਨੂੰ ਧਾਰਮਿਕ ਦੀ ਦੁਨੀਆ ਵਿੱਚ ਵੇਦ ਕਹਿ ਦਿੰਦੇ ਨੇ। ਲੋਕ ਵੇਦ ਅਰ ਕਲ ਯੁਗ ਮਿਲ ਕਰ, ਲੋਕਾਂ ਰਾਹੀਂ ਰਚੇ ਹੋਏ ਮਨ ਘੜੰਤ ਗ੍ਰੰਥਾਂ ਅਤੇ ਇਸ ਕਲਯੁਗ ਦੇ ਭਿਅੰਕਰ ਸਮੇਂ ਵਿੱਚ ਸਤਿਗੁਰ ਆਖਦੇ ਨੇ, ਭਗਤ ਪੀਪਾ ਜੀ ਆਖਦੇ ਨੇ ਕਿ ਭਗਤੀ ਨੂੰ ਰਸਾਤਲ ਭਾਵ ਧਰਤੀ ਦੇ ਹੇਠ ਦੱਬ ਦੇਣਾ ਸੀ, ਸੱਚ ਨੂੰ ਦਬਾ ਦੇਣਾ ਸੀ ਝੂਠ ਨੇ। ਜੇਕਰ ਇਹ ਦੋ ਰਹਿਬਰ ਸਤਿਗੁਰ ਕਬੀਰ ਤੇ ਸਤਿਗੁਰ ਰਵਿਦਾਸ ਇਸ ਧਰਤੀ ਤੇ ਨਾ ਆਉਂਦੇ। ਆਓ ਆਪਾਂ ਇੱਕ ਛੋਟੀ ਜਿਹੀ ਰਚਨਾ ਉਚਾਰਨ ਕਰੀਏ, ਫਿਰ ਅੱਗੇ ਸੰਗਤਾਂ ਦੀ ਹਾਜ਼ਰੀ ਲੱਗ ਜਾਏਗੀ। ਕਾਂਚੀ ਵਾਲੇ ਆਇਆ ਦਰਸ਼ ਦਿਖਾ ਜਾ, ਕਦੋਂ ਦਾ ਮੇਰਾ ਮਨ ਲੋਚਦਾ। ਕਾਂਚੀ ਵਾਲੇ ਆਇਆ ਦਰਸ਼ ਦਿਖਾ ਜਾ, ਕਦੋਂ ਦਾ ਮੇਰਾ ਮਨ ਲੋਚਦਾ। ਕਾਂਚੀ ਵਾਲੇ ਆਇਆ ਦਰਸ਼ ਦਿਖਾ ਜਾ, ਕਦੋਂ ਦਾ ਮੇਰਾ ਮਨ ਲੋਚਦਾ। ਕਾਂਚੀ ਆ ਕੇ ਰਹਿਮਤਾਂ ਦਾ ਮੀਂਹ ਬਰਸਾ ਜਾ, ਆ ਕੇ ਰਹਿਮਤਾਂ ਦਾ ਮੀਂਹ ਬਰਸਾ ਜਾ, ਕਦੋਂ ਦਾ ਮੇਰਾ ਮਨ ਲੋਚਦਾ। ਕਾਂਚੀ ਵਾਲਿਆ ਕਦੋਂ ਦਾ ਮੇਰਾ ਮਨ ਪਿਆਰਿਆ, ਕਦੋਂ ਦਾ ਮੇਰਾ ਮਨ ਲੋਚਦਾ। ਪਿਆਰੇ ਜੀ ਕਦੋਂ ਦਾ ਮੇਰਾ ਮਨ ਲੋਚਦਾ। ਪਿਆਰਿਆ ਪਿਆਰਿਆ ਕਦੋਂ ਦਾ ਮੇਰਾ। ਕਾਂਚੀ ਵਾਲੇ ਆਇਆ ਦਰਸ਼ ਦਿਖਾ ਜਾ, ਕਦੋਂ ਦਾ ਮੇਰਾ ਮਨ ਲੋਚਦਾ। ਕਾਂਚੀ ਵਾਲੇ ਆਇਆ ਦਰਸ਼ ਦਿਖਾ ਜਾ, ਕਦੋਂ ਦਾ ਮੇਰਾ ਮਨ ਲੋਚਦਾ। ਅੱਖੀਆਂ ਉਡੀਕਦੀਆਂ ਕਰਨਾ ਦੀਦਾਰ ਮੈਂ, ਅੱਖੀਆਂ ਉਡੀਕਦੀਆਂ, ਅੱਖੀਆਂ ਉਡੀਕਦੀਆਂ ਕਰਨਾ ਦੀਦਾਰ ਮੈਂ। ਅੱਖੀਆਂ ਉਡੀਕਦੀਆਂ, ਇੱਕ ਮਨ ਚਿੱਤ ਹੋ ਕੇ
करदा पुकार मैं एक मन चित होके, एक मन चित होके करदा पुकार मैं एक मन चित होके, आके एके वाला सबक सिखा जा, कदों दा मेरा मन लोचदा कांची। ओ कांची वाले आया दर्श दिखा जा, कदों दा मेरा मन लोचदा कांची। गुरु प्यारिओ लवाओ हाज़री, कोई रसना वांझी न रहे। सतगुरां दा अज प्रकाश पुरब है, खुशी दे विच सारे ही। कांची वाले आया दर्श दिखा जा, कदों दा मेरा मन लोचदा कांची। दर्श दिखा जा, कदों दा मेरा मन लोचदा। तुसी रुको, संगत नूं हाज़री लगवाउण दिओ। कांची वाले आया दर्श दिखा जा, कदों दा मेरा मन लोचदा कांची। रल के आके रहमतां दा मींह बरसा जा, कदों दा मेरा मन लोचदा आके। ओ कांची वाले आया दर्श दिखा जा, कदों दा मेरा मन लोचदा कांची। अखियां उड़ीक दियां करना दीदार में, अखियां उड़ीक दियां करना। एक मन चित होके करदा पुकार मैं एक मन चित होके, एक मन चित होके करदा पुकार मैं एक मन चित होके, आके एके वाला सबक सिखा जा, कदों दा मेरा मन लोचदा कांची। ओ कांची वाले आया दर्श दिखा जा, कदों दा मेरा मन लोचदा कांची। तकड़ा गरीब दा हक कोई खावे ना, तकड़ा गरीब दा हक कोई खावे, तकड़ा गरीब दा हक कोई खावे ना, तकड़ा गरीब दा बिना खिड़े दाता कोई फुल मुरझावे ना, बिना खिड़े दाता कोई फुल मुरझावे, बिना खिड़े दाता कोई फुल मुरझावे ना, बिना खिड़े दाता कोई फुल। हक सच वाला नारा आके ला जा, कदों दा मेरा मन लोचदा कांची वाला। ओ कांची वाले आया दर्श दिखा जा, कदों दा मेरा मन लोचदा
ਪਿਆਰੇ ਜੀ ਕਦੋਂ ਦਾ ਮੇਰਾ ਮਨ ਲੋਚਦਾ ਪਿਆਰਿਆ ਕਾਂਚੀ ਵਾਲਿਆ ਆ ਦਰਸ਼ ਦਿਖਾ ਜਾ ਕਦੋਂ ਦਾ ਮੇਰਾ ਮਨ ਲੋਚਦਾ ਕਾਂਚੀ ਵਾਲਿਆ ਆ ਦਰਸ਼ ਦਿਖਾ ਜਾ ਕਦੋਂ ਦਾ ਮੇਰਾ ਮਨ ਲੋਚਦਾ ਕਾਂਚੀ ਵਾਲਿਆ ਆ ਦਰਸ਼ ਦਿਖਾ ਜਾ ਕਦੋਂ ਦਾ ਮੇਰਾ ਮਨ ਲੋਚਦਾ ਕਦੋਂ ਦਾ ਮੇਰਾ ਮਨ ਲੋਚਦਾ ਕਦੋਂ ਦਾ ਮੇਰਾ ਮਨ ਲੋਚਦਾ ਕਾਂਚੀ ਵਾਲਿਆ ਆਦਰਸ਼ ਦਿਖਾ ਜਾ ਕਦੋਂ ਦਾ ਮੇਰਾ ਮਨ ਲੋਚਦਾ ਗੁਰੂ ਪਿਆਰਿਓ ਕਾਂਚੀ ਵਾਲੇ ਸਤਿਗੁਰਾਂ ਦੇ ਦਰਸ਼ਨ ਹੋਣਗੇ ਕਿਸ ਤਰ੍ਹਾਂ ਹੋਣਗੇ ਕਿਸ ਤਰ੍ਹਾਂ ਇਹ ਨਹੀਂ ਕਿ ਇੱਥੇ ਸਤਿਗੁਰਾਂ ਦੇ ਦਰਬਾਰ 'ਚ ਬਹਿ ਕੇ ਇਹ ਨਹੀਂ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪਾਂ ਬੈਠ ਕੇ ਦਰਸ਼ਨ ਦੀ ਤਾਂਘ ਵੀ ਕਰੀ ਜਾਈਏ ਕਿ ਐ ਸਤਿਗੁਰ ਰਵਿਦਾਸ ਮਹਾਰਾਜ ਦਰਸ਼ਨ ਦਿਓ ਕਿਰਪਾ ਕਰੋ ਤੇ ਜਦੋਂ ਸਤਿਗੁਰ ਕਿਰਪਾ ਫਿਰ ਆਪਣੇ ਸ਼ਬਦ ਰਾਹੀਂ ਦੇਣ ਹੁਕਮ ਰਾਹੀਂ ਦੇਣ ਤੇ ਉਹਨੂੰ ਅਸੀਂ ਮੰਨੀਏ ਬਿਨਾਂ ਇੱਥੇ ਅਸੀਂ ਸਾਲ ਬਾਅਦ ਇਕੱਠੇ ਹੋ ਕੇ ਸਾਡੇ ਰਹਿਬਰ ਸਾਡੇ ਇਸ਼ਟ ਸਤਿਗੁਰੂ ਰਵਿਦਾਸ ਮਹਾਰਾਜ ਸਾਡੇ ਗੁਰੂ ਅਸੀਂ ਬੜੇ ਜੈਕਾਰੇ ਛੱਡੀਏ ਤੇ ਕੁਝ ਕੁ ਦਿਨਾਂ ਬਾਅਦ ਜਾ ਕੇ ਅਸੀਂ ਕਿਤੇ ਮੜੀਆਂ ਮਸੀਤਾਂ ਤੇ ਬੈਠੇ ਹੋਈਏ ਇਹ ਫਿਰ ਇਹ ਇੱਦਾਂ ਸਤਿਗੁਰਾਂ ਦੀ ਕਿਰਪਾ ਨਹੀਂ ਹੁੰਦੀ ਤੀ ਇੱਕ ਦਿਨ ਜਾ ਕੇ ਫਿਰ ਅਸੀਂ ਹੁਣ ਮੋਰੇ ਚੇਤ ਮਹੀਨਾ ਆਉਣਾ ਹੈ ਅਸੀਂ ਫਿਰ ਉਧਰ ਪਹਾੜਾਂ ਵੱਲ ਜਾ ਕੇ ਢੋਲਕੀਆਂ ਚਿਮਟੇ ਲੈ ਕੇ ਚੜ੍ਹ ਜਾਈਏ ਇੱਦਾਂ ਸਤਿਗੁਰਾਂ ਦੀ ਕਿਰਪਾ ਨਹੀਂ ਹੁੰਦੀ ਸਤਿਗੁਰ ਆਖਦੇ ਨੇ ਕਿ ਮੈਂ ਰਾਤੀ ਵੀ ਇੱਕ ਵੀਡੀਓ ਰਾਹੀਂ ਮੈਸੇਜ ਦਿੱਤਾ ਸੀ ਸਦੀਆਂ ਬੀਤ ਗਈਆਂ ਸਾਨੂੰ ਇਹ ਸ਼ਲੋਕ ਪੜ੍ਹਦਿਆਂ ਨੂੰ ਕਿ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਂਗੇ ਸਤ ਭਾਖੇ ਰਵਿਦਾਸ ਕਿੰਨੇ ਕਰਾਗੀਆਂ ਦੇ ਗਲੇ ਚਲੇ ਗਏ ਨੇ ਖਤਮ ਹੋ ਗਏ ਨੇ ਗਾ ਕੇ ਤਬਲੇ ਘਸ ਗਏ ਨੇ ਵਾਜੇ ਘਸ ਗਏ ਨੇ ਇਹ ਪੜ੍ਹ ਕੇ ਪਰ ਕਦੇ ਇਹਨੂੰ ਅਮਲ ਵਿੱਚ ਤਾਂ ਲਿਆਂਦਾ ਹੀ ਨਹੀਂ ਕਿ ਸਾਡੇ ਰਹਿਬਰ ਤਾਂ ਸਾਨੂੰ ਇਹ ਕਹਿ ਰਹੇ ਨੇ ਕਿ ਇੱਕ ਗੁਰੂ ਤੋਂ ਬਿਨਾਂ ਇੱਕ ਪਰਮੇਸ਼ਰ ਤੋਂ ਬਿਨਾਂ ਕਿਸੇ ਦੂਸਰੇ ਦੇ ਅੱਗੇ ਸਿਰ ਝੁਕਾਉਣਾ ਹੀ ਨਹੀਂ ਆਸ ਰੱਖਣੀ ਨਹੀਂ ਪਰ ਸਾਡੀ ਤੇ ਆਸ ਟੁੱਟਦੀ ਨਹੀਂ ਦੂਸਰੇ ਪਾਸੇ ਅਸੀਂ ਤਾਂ ਕੋਈ ਇਹੋ ਜਿਹਾ ਕੋਈ ਮੜੀ ਮਸੀਤ ਕੋਈ ਦੇਵੀ ਦੇਵਤਾ ਹੈ ਹੀ ਨਹੀਂ ਜਿਹੜਾ ਅਸੀਂ ਛੱਡਿਆ ਹੋਵੇ ਅਸੀਂ ਤਾਂ ਸਾਰਿਆਂ ਨੂੰ ਮਨਾਉਣ ਤੇ ਲੱਗੇ ਹੋਏ ਹਾਂ ਪਰ ਗੁਰੂ ਪਿਆਰਿਓ ਸਤਿਗੁਰ ਆਖਦੇ ਨੇ ਕਿ ਮੇਰੇ ਮਨ ਏਕ ਸਸਿਓ ਚਿਤ ਲਾਏ ਏਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਏ ਇੱਕ ਦੇ ਅੱਗੇ ਝੁਕ ਜਾਓ ਇੱਕ ਦੇ ਅੱਗੇ ਸਰੈਂਡਰ ਕਰ ਦਿਓ ਫਿਰ ਸਾਰਾ ਹੀ ਕੁਝ ਇੱਕ ਦੇ ਪਾਸੋਂ ਮਿਲ ਜਾਂਦਾ ਹੈ ਤੇ ਸਤਿਗੁਰਾਂ ਦੇ ਦਰਸ਼ਨ ਫਿਰ ਹੁੰਦੇ ਨੇ ਜਦੋਂ ਕੋਈ ਪਿਆਰ ਦੇ ਨਾਲ ਸਤਿਗੁਰਾਂ ਨੂੰ ਯਾਦ ਕਰਦਾ ਹੈ ਪਿਆਰ ਦੇ ਨਾਲ ਸਤਿਗੁਰਾਂ ਨੂੰ ਪੁਕਾਰਦਾ ਹੈ ਪ੍ਰੇਮ ਨਾਲ ਮੈਨੂੰ ਕੋਈ ਬੁਲਾਉਂਦਾ ਨਹੀਂ ਪ੍ਰੇਮ ਨਾਲ ਮੈਨੂੰ ਕੋਈ ਬੁਲਾਉਂਦਾ ਨਹੀਂ ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਨਹੀਂ ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਨਹੀਂ ਪ੍ਰੇਮ ਨਾਲ ਮੈਨੂੰ ਕੋਈ ਬੁਲਾਉਂਦਾ ਨਹੀਂ ਪ੍ਰੇਮ ਨਾਲ ਮੈਨੂੰ ਕੋਈ ਬੁਲਾਉਂਦਾ ਨਹੀਂ ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਨਹੀਂ ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਜਦ ਮੀਰਾ ਨੇ ਬੁਲਾਇਆ ਤਾਂ ਝੱਟ ਚਲਾ ਆਇਆ ਜਦ ਮੀਰਾ ਨੇ ਬੁਲਾਇਆ ਜਦ ਮੀਰਾ ਨੇ ਬੁਲਾਇਆ ਤਾਂ ਝੱਟ ਚਲਾ ਆਇਆ ਜਦ ਮੀਰਾ ਨੇ ਬੁਲਾਇਆ ਤਾਂ ਝੱਟ ਚਲਾ ਆਇਆ ਪਰ ਮੀਰਾ ਜਹੀ ਪ੍ਰੀਤ ਕੋਈ ਲਗਾਉਂਦਾ ਨਹੀਂ ਮੀਰਾ ਜਹੀ ਪ੍ਰੀਤ ਕੋਈ ਲਗਾਉਂਦਾ ਨਹੀਂ ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਨਹੀਂ ਫੇਰ ਕਹਿੰਦੇ ਕਾਂਚੀ ਵਾਲਾ ਪ੍ਰੇਮ ਨਾਲ ਮੈਨੂੰ ਕੋਈ ਬੁਲਾਉਂਦਾ ਨਹੀਂ ਪ੍ਰੇਮ ਨਾਲ ਮੈਨੂੰ ਕੋਈ ਬੁਲਾਉਂਦਾ ਨਹੀਂ ਫੇਰ ਕਹਿੰਦੇ
ਵਾਲਾ ਆਉਂਦਾ ਨਹੀਂ, ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਨਹੀਂ। ਜਦੋਂ ਚਾਲਾ ਨੇ ਬੁਲਾਇਆ ਤਾਂ ਝੱਟ ਚਲਾ ਆਇਆ, ਜਦੋਂ ਚਾਲਾ ਨੇ ਬੁਲਾਇਆ ਜਪੋ ਪਿਆਰਿਓ, ਚਾਲਾ ਨੇ ਬੁਲਾਇਆ ਤਾਂ ਝੱਟ ਚਲਾ ਆਇਆ, ਚਾਲਾ ਨੇ ਬੁਲਾਇਆ। ਪਰ ਚਾਲਾਂ ਜਿਹੀ ਪ੍ਰੀਤ ਕੋਈ ਲਗਾਉਂਦਾ ਨਹੀਂ, ਚਾਲਾਂ ਜਿਹੀ ਪ੍ਰੀਤ ਕੋਈ ਲਗਾਉਂਦਾ ਨਹੀਂ, ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਨਹੀਂ, ਫੇਰ ਕਹਿੰਦੇ ਕਾਂਚੀ ਵਾਲਾ। ਪ੍ਰੇਮ ਨਾਲ ਮੈਨੂੰ ਕੋਈ ਬੁਲਾਉਂਦਾ ਨਹੀਂ, ਪ੍ਰੇਮ ਨਾਲ ਮੈਨੂੰ ਕੋਈ ਬੁਲਾਉਂਦਾ ਨਹੀਂ, ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਨਹੀਂ, ਫੇਰ ਕਹਿੰਦੇ ਕਾਂਚੀ ਵਾਲਾ ਆਉਂਦਾ ਨਹੀਂ। ਆਉਂਦੇ ਨੇ ਗੁਰੂ ਪਾਤਸ਼ਾਹ, ਆਉਂਦੇ ਨੇ, ਤੇ ਉਹਨਾਂ ਦੇ ਆਉਣ ਦੀ ਨਿਸ਼ਾਨੀ ਪਤਾ ਕੀ ਹੁੰਦੀ ਹੈ? ਜਦੋਂ ਗੁਰੂ ਪਾਤਸ਼ਾਹ ਖੁਸ਼ ਹੋ ਗਏ, ਸਮਝ ਲਓ ਜਦੋਂ ਤੁਹਾਡਾ ਸਤਿਗੁਰਾਂ ਦੀ ਬਾਣੀ ਦੇ ਨਾਲ ਪ੍ਰੇਮ ਪੈਣ ਲੱਗ ਪਿਆ, ਸ਼ਬਦ ਦੇ ਨਾਲ ਮਨ ਟੇਕਣ ਲੱਗ ਪਿਆ, ਬਾਣੀ ਦੇ ਅਕੋਰਡਿੰਗ ਜ਼ਿੰਦਗੀ ਜਿਉਣ ਨੂੰ ਦਿਲ ਕਰਨ ਲੱਗ ਪਿਆ, ਤਾਂ ਸਮਝ ਲਓ ਕਾਂਚੀ ਵਾਲੇ ਆ ਗਏ ਨੇ। ਹੁਣ ਉਹਨਾਂ ਦੀ ਬਖਸ਼ਿਸ਼ ਹੋ ਗਈ ਹੈ। ਤੇ ਗੁਰੂ ਪਿਆਰਿਓ, ਆਓ ਹੁਣ ਕੁਝ ਸਮਾਂ ਇਤਿਹਾਸ ਵਿੱਚੋਂ ਝਾਤ ਮਾਰੀਏ। ਜਿੱਥੋਂ ਤੱਕ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦਾ ਸੰਬੰਧ ਹੈ, ਤਾਂ ਇਤਿਹਾਸ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਮਿਲਾਵਟ ਹੋਈ ਹੈ, ਕਿਉਂਕਿ ਇਤਿਹਾਸ ਜਿਸ ਤਰ੍ਹਾਂ ਦਾ ਚਾਹੀਦਾ ਸੀ ਉਸ ਤਰ੍ਹਾਂ ਦਾ ਆਪਣੇ ਹਿਸਾਬ ਦੇ ਨਾਲ ਬ੍ਰਾਹਮਣ ਮਤ ਨੇ ਲਿਖਾਇਆ ਹੈ। ਸਤਿਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਬਹੁਤ ਸਾਰੀਆਂ ਮਨ ਘੜੰਤ ਕਥਾ ਕਹਾਣੀਆਂ ਸਤਿਗੁਰਾਂ ਦੇ ਨਾਲ ਜੋੜ ਦਿੱਤੀਆਂ ਨੇ, ਤੇ ਬਹੁਤ ਸਾਰੇ ਰਾਈਟਰ ਤੇ ਪ੍ਰਚਾਰਕ ਅੱਜ ਵੀ ਉਹਨਾਂ ਨੂੰ ਮੰਨ ਕੇ ਸਟੇਜਾਂ ਤੇ ਸੁਣਾਈ ਜਾ ਰਹੇ ਨੇ ਤੇ ਆਪਣੀਆਂ ਲਿਖਤਾਂ ਦੇ ਵਿੱਚ ਲਿਖੀ ਵੀ ਜਾ ਰਹੇ ਨੇ। ਜਿਸ ਤਰ੍ਹਾਂ ਸਤਿਗੁਰਾਂ ਦੇ ਨਾਲ ਪਿਛਲੇ ਜਨਮ ਦੀ ਕਹਾਣੀ ਜੋੜ ਦਿੱਤੀ ਕਿ ਸਤਿਗੁਰ ਰਵਿਦਾਸ ਮਹਾਰਾਜ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ ਤੇ ਸੰਤ ਰਾਮਾਨੰਦ ਦੇ ਚੇਲੇ ਸਨ, ਤੇ ਕਿਸੇ ਗਰੀਬ ਦੇ ਘਰ ਤੋਂ, ਕਿਸੇ ਨੀਚ ਦੇ ਘਰ ਤੋਂ ਰਸਦ ਲਿਆ ਕੇ ਰਾਮਾਨੰਦ ਨੂੰ ਕਹਿੰਦੇ ਨੇ ਕਿ ਭੋਜਨ ਛਕਾ ਦਿੱਤਾ, ਤੇ ਰਾਮਾਨੰਦ ਜੀ ਦਾ ਮਨ ਨਹੀਂ ਲੱਗਾ ਭਜਨ ਵਿੱਚ, ਤੇ ਗੁੱਸੇ ਵਿੱਚ ਆ ਕੇ ਇਹਨਾਂ ਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਅਗਲੇ ਜਨਮ ਵਿੱਚ ਨੀਚਾਂ ਦੇ ਘਰ ਪੈਦਾ ਹੋਏਗਾ। ਭਾਵ ਕਿ ਮੋੜ ਕੇ ਗੱਲ ਉੱਥੇ ਹੀ ਲਾ ਦਿੱਤੀ ਕਿ ਕਦੇ ਵੀ ਉਹ ਅਕਾਲ ਪੁਰਖ ਦੀ ਬਖਸ਼ਿਸ਼ ਜਾਂ ਅਕਾਲ ਪੁਰਖ ਦਾ ਅਵਤਾਰ, ਉਸ ਨਿਰੰਕਾਰ ਦਾ ਅਵਤਾਰ ਸ਼ੂਦਰਾਂ ਦੇ ਵਿੱਚ ਨਹੀਂ ਆ ਸਕਦਾ। ਇਹ ਰਵਿਦਾਸ ਜੀ ਹੋਏ, ਕਬੀਰ ਜੀ ਹੋਏ, ਇਹ ਪਿਛਲੇ ਜਨਮ ਵਿੱਚ ਬ੍ਰਾਹਮਣ ਹੀ ਸਨ। ਸਤਿਗੁਰ ਕਬੀਰ ਜੀ ਦੇ ਨਾਲ ਵੀ ਬੜੀ ਅਜੀਬੋ ਗਰੀਬ ਜਿਹੀ ਕਹਾਣੀ ਜੋੜ ਦਿੱਤੀ ਕਿ ਕਬੀਰ ਸਾਹਿਬ ਦਾ ਜਨਮ ਇੱਕ ਕੁਵਾਰੀ ਜਾਂ ਵਿਧਵਾ ਬ੍ਰਾਹਮਣੀ ਦੀ ਕੁੱਖੋਂ ਹੋਇਆ ਸੀ। ਤੇ ਗੁਰੂ ਪਿਆਰਿਓ, ਇਸ ਤਰ੍ਹਾਂ ਦੀਆਂ ਇਹ ਜਿੰਨੀਆਂ ਝੂਠੀਆਂ ਕਹਾਣੀਆਂ ਨੇ, ਇਹ ਸਾਰੀਆਂ ਲਿਖਾਈਆਂ ਗਈਆਂ ਤੇ ਪ੍ਰਚਾਰੀਆਂ ਗਈਆਂ। ਪਰ ਸਤਿਗੁਰ ਰਵਿਦਾਸ ਮਹਾਰਾਜ ਜਦੋਂ ਪ੍ਰਕਾਸ਼ ਹੁੰਦਾ ਹੈ ਸਤਿਗੁਰਾਂ ਦਾ, ਉਸ ਸਮੇਂ ਕਾਂਚੀ ਵਿੱਚ ਜੋ ਮਸ਼ਹੂਰ ਸੰਤ ਨੇ, ਜੋ ਬਹੁਤ ਜ਼ਿਆਦਾ ਜਿਨ੍ਹਾਂ ਦਾ ਨਾਮ ਹੈ, ਉਹ ਨੇ ਸੰਤ ਰਾਮਾਨੰਦ, ਜਿਨ੍ਹਾਂ ਦਾ ਵੀ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹਨਾਂ ਦੇ ਸ਼ਬਦ ਤੋਂ ਇਹ ਪਤਾ ਲੱਗਦਾ ਹੈ ਕਿ ਰਾਮਾਨੰਦ ਜੀ ਸਾਰੀ ਉਮਰ ਪਹਿਲਾਂ ਮੂਰਤੀ ਪੂਜਾ ਕਰਦੇ ਰਹੇ ਨੇ, ਤੇ ਪਰ ਜਦੋਂ ਹੌਲੀ ਹੌਲੀ ਇਹਨਾਂ ਨੇ
ਸਤਿਗੁਰ ਕਬੀਰ ਜਾਂ ਸਤਿਗੁਰ ਰਵਿਦਾਸ ਮਹਾਰਾਜ ਦਾ ਪ੍ਰਤਾਪ ਦੇਖਿਆ, ਇਹਨਾਂ ਦੇ ਵਿਚਾਰ ਸੁਣੀ, ਇਹਨਾਂ ਦੇ ਨਾਲ ਬੈਠਣਾ ਉੱਠਣਾ ਹੋਇਆ, ਤਾਂ ਗੁਰੂ ਪਿਆਰਿਓ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਰਾਮਾਨੰਦ ਜੀ ਫਿਰ ਮੂਰਤੀ ਪੂਜਾ ਛੱਡ ਕੇ ਨਿਰੰਕਾਰ ਦੀ ਪੂਜਾ ਵਿੱਚ ਲੱਗੇ ਸਨ, ਨਿਰੰਕਾਰ ਦੀ ਅਰਾਧਨਾ ਵਿੱਚ ਲੱਗੇ ਸਨ। ਤੇ ਫਿਰ ਜਾ ਕੇ ਉਹਨਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਇਆ। ਤੇ ਜਦੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਜਿਸ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ, ਤਾਂ ਇੱਕ ਮੁਸਲਮਾਨ ਫਕੀਰ ਨੂੰ ਕੁਝ ਇਲਾਹੀ ਇਲਮ ਹੋਇਆ ਸੀ ਕਿ ਕੋਈ ਇਲਾਹੀ ਜੋਤ ਧਰਤੀ ਤੇ ਆਈ ਹੈ। ਤੇ ਇਸੇ ਤਰ੍ਹਾਂ ਰਾਮਾਨੰਦ ਜੀ, ਕਿਉਂਕਿ ਅੰਦਰੋਂ ਤੜਫ ਹੈ, ਪਿਆਸ ਹੈ, ਤੇ ਜਦੋਂ ਤੁਹਾਡੇ ਅੰਦਰ ਸੱਚ ਨਾਲ ਜੁੜਨ ਦੀ ਪਿਆਸ ਹੋਵੇ ਤੇ ਉਹ ਨਿਰੰਕਾਰ ਕੋਈ ਨਾ ਕੋਈ ਵਿਧ ਇਹੋ ਜਿਹੀ ਬਣਾ ਦਿੰਦਾ ਹੈ ਕਿ ਤੁਹਾਨੂੰ ਸੱਚ ਦੇ ਲਾਗੇ ਲੈ ਜਾਂਦਾ ਹੈ। ਤੇ ਜਦੋਂ ਸਤਿਗੁਰ ਰਵਿਦਾਸ ਮਹਾਰਾਜ ਦਾ ਆਗਮਨ ਹੋਇਆ ਤੇ ਰਾਮਾਨੰਦ ਜੀ ਨੂੰ ਵੀ ਕੁਝ ਅਹਿਸਾਸ ਹੋਇਆ, ਕੁਝ ਇਲਾਹੀ ਇਸ ਤਰ੍ਹਾਂ ਦਾ ਅਨੁਭਵ ਹੋਇਆ ਕਿ ਜਿਸ ਤਰ੍ਹਾਂ ਗਰੀਬਾਂ ਦੀਆਂ ਝੁੱਗੀਆਂ ਦੇ ਵਿੱਚ, ਗਰੀਬਾਂ ਦੀਆਂ ਕੁਟੀਆਂ ਦੇ ਵਿੱਚ ਕੋਈ ਇਲਾਹੀ ਜੋਤ ਉਤਰੀ ਹੈ। ਤੇ ਕਹਿੰਦੇ ਨੇ ਕਿ ਆਪਣੇ ਆਪ ਨੂੰ ਰੋਕ ਨਹੀਂ ਸਕੇ, ਰਾਮਾਨੰਦ ਜੀ ਗਰੀਬਾਂ ਦੀਆਂ ਝੁੱਗੀਆਂ ਵੱਲ ਚੱਲ ਪਏ। ਗੱਲ ਸਾਰੀ ਇਹ ਸੀ ਕਿ ਜਦੋਂ ਉਸ ਸਮੇਂ ਦੇ ਪੁਰੋਹਿਤਾਂ ਨੇ, ਪੰਡਤਾਂ ਨੇ ਇਹ ਦੇਖਿਆ ਕਿ ਸਾਡੇ ਸਮਾਜ ਦਾ ਮਹਾਨ ਸੰਤ ਜਿਹਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਇਹ ਗਰੀਬਾਂ ਦੇ ਜਾ ਕੇ ਝੁੱਗੀਆਂ ਵਿੱਚ ਚਲਾ ਗਿਆ ਏ, ਤਾਂ ਇਹ ਗੱਲ ਬਰਦਾਸ਼ਤ ਨਾ ਕਰਦਿਆਂ ਹੋਇਆਂ ਉਹਨਾਂ ਨੇ ਇਸ ਕਹਾਣੀ ਨੂੰ ਉਲਟ ਕਰ ਦਿੱਤਾ। ਕਿਹੜੀ? ਕਿ ਰਵਿਦਾਸ ਜੀ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ, ਚਮਾਰਾਂ ਦੇ ਘਰ ਵਿੱਚ ਪੈਦਾ ਹੋਣ ਕਰਕੇ ਅਕਾਲ ਪੁਰਖ ਨਾਲ ਇੰਨੇ ਗੁੱਸੇ ਸਨ ਕਿ 5 ਦਿਨ ਆਪਣੀ ਮਾਂ ਦਾ ਦੁੱਧ ਨਹੀਂ ਪੀਤਾ। ਤੇ ਰਾਮਾਨੰਦ ਜੀ ਉਹਨਾਂ ਨੂੰ ਸਮਝਾਉਣ ਗਏ ਸਨ ਕਿ ਇਹ ਤੇਰੇ ਕਰਮਾਂ ਦਾ ਫਲ ਹੈ, ਇੱਥੇ ਹੀ ਜ਼ਿੰਦਗੀ ਕੱਟਣੀ ਪੈਣੀ ਹੈ, ਹੁਣ ਆਪਣੀ ਮਾਂ ਦਾ ਦੁੱਧ ਪੀ ਲੈ। ਇਹ ਕਹਾਣੀ ਘੜ ਦਿੱਤੀ ਜਦੋਂ ਰਾਮਾਨੰਦ ਜੀ ਗੁਰੂ ਰਵਿਦਾਸ ਮਹਾਰਾਜ ਦੇ ਬਾਲ ਰੂਪ ਦਰਸ਼ਨ ਕਰਨ ਗਏ। ਤੇ ਪੰਡਤਾਂ ਦੇ ਕੋਲ, ਪੁਰੋਹਿਤਾਂ ਦੇ ਕੋਲ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਉਹਨਾਂ ਨੇ ਇਹ ਸਾਰੀਆਂ ਕਹਾਣੀਆਂ, ਕਿਉਂਕਿ ਕਲਮ ਉਹਨਾਂ ਦੇ ਹੱਥ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਤੇ ਪੜ੍ਹਨ ਲਿਖਣ ਦਾ ਕੋਈ ਹੱਕ ਨਹੀਂ ਸੀ, ਸਾਡੇ ਉਸ ਸਮੇਂ ਜੋ ਪੂਰਵਜ ਸਨ, ਕਲਮ ਸੀ ਉਹਨਾਂ ਦੇ ਹੱਥ, ਜਿਸ ਤਰ੍ਹਾਂ ਦਾ ਉਹਨਾਂ ਨੇ ਚਾਹਿਆ ਉਸ ਤਰ੍ਹਾਂ ਦਾ ਇਤਿਹਾਸ ਲਿਖਾ ਦਿੱਤਾ। ਪਰ ਕਲਯੁਗ ਵਿੱਚ ਅਵਤਾਰੀ ਪੁਰਖ ਹੋਏ ਨੇ ਸਤਿਗੁਰ ਰਵਿਦਾਸ ਮਹਾਰਾਜ, ਕਿਉਂਕਿ ਅਵਤਾਰ ਉਹ ਹੁੰਦੇ ਨੇ ਜਿਹੜੇ ਮੁਕਤ ਹੁੰਦੇ ਨੇ, ਪਰ ਕਿਸੇ ਖਾਸ ਮਕਸਦ ਲਈ, ਕਿਸੇ ਖਾਸ ਪਰਪਸ ਲਈ, ਦੁਨੀਆ ਨੂੰ, ਲੋਕਾਈ ਨੂੰ ਦੁੱਖ ਵਿੱਚੋਂ ਉਭਾਰਨ ਦੇ ਲਈ, ਦੁੱਖ ਕੱਟਣ ਦੇ ਲਈ ਪਰਮਾਤਮਾ ਜੀ ਉਹਨਾਂ ਨੂੰ ਫਿਰ ਇਸ ਰੂਹੇ ਜ਼ਮੀਨ ਤੋਂ ਭੇਜ ਦਿੰਦੇ ਨੇ, ਇਸ ਰੂਹੇ ਜ਼ਮੀਨ ਤੇ ਭੇਜ ਦਿੰਦੇ ਨੇ, ਉਹਨਾਂ ਨੂੰ ਅਸੀਂ ਅਵਤਾਰ ਸ਼੍ਰੇਣੀ ਵਿੱਚ ਰੱਖ ਦਿੰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰ ਕਬੀਰ, ਸਤਿਗੁਰ ਰਵਿਦਾਸ, ਸਤਿਗੁਰ ਨਾਮਦੇਵ ਜੀ, ਇਹ ਸਭ ਅਵਤਾਰ ਸ਼੍ਰੇਣੀ ਦੇ ਮਹਾਂਪੁਰਖ ਨੇ। ਤੇ ਗੁਰੂ ਪਿਆਰਿਓ, ਫਿਰ ਜਿਸ ਤਰ੍ਹਾਂ ਆਮ ਅਵਤਾਰਾਂ ਦਾ ਬਚਪਨ ਬੀਤਦਾ ਏ, ਸਤਿਗੁਰ ਰਵਿਦਾਸ ਮਹਾਰਾਜ ਦਾ ਵੀ ਬਚਪਨ ਇਸੇ ਤਰ੍ਹਾਂ ਬੀਤਿਆ। ਜਿਸ ਸਮੇਂ, ਦੇਖੋ ਕਮਾਲ ਦੀ ਗੱਲ ਹੈ, ਜਿਸ ਸਮੇਂ ਧਾਰਮਿਕ ਵਿਦਿਅਕ ਕੇਂਦਰ ਬੰਦ ਸਨ, ਕੋਈ ਦੁਨਿਆਵੀ ਪੜ੍ਹਾਈ ਪੜ੍ਹਨ ਦਾ ਕੋਈ ਹੱਕ ਨਹੀਂ ਸੀ, ਸਕੂਲਾਂ ਦੇ ਵੀ ਦਰਵਾਜ਼ੇ ਬੰਦ ਸਨ, ਤਾਂ ਉਸ ਸਮੇਂ ਇੰਨੀ ਇਲਾਹੀ ਬਾਣੀ, ਇੰਨਾ ਮਹਾਨ ਗਿਆਨ ਸਤਿਗੁਰ ਰਵਿਦਾਸ ਮਹਾਰਾਜ ਦੇ ਅੰਦਰੋਂ ਫੁੱਟਿਆ। ਇਸ ਗੱਲ ਦਾ ਸਬੂਤ ਹੈ ਕਿ ਸਤਿਗੁਰ ਰਵਿਦਾਸ ਮਹਾਰਾਜ ਉਸ ਨਿਰੰਕਾਰ ਪਰਮਾਤਮਾ ਦੇ ਸਾਕਾਰ ਰੂਪ ਇਸ ਧਰਤੀ ਤੇ ਆਏ। ਤੇ ਗੁਰੂ ਪਿਆਰਿਓ, ਜਿਸ ਤਰ੍ਹਾਂ ਫਿਰ ਹੌਲੀ ਹੌਲੀ ਸਤਿਗੁਰਾਂ ਦੀ ਸਰੀਰਕ ਉਮਰ ਵੱਧਦੀ ਗਈ ਸਰੀਰਕ ਰੂਪ ਵਿੱਚ, ਤੇ ਸਤਿਗੁਰਾਂ ਦੇ ਗਿਆਨ ਦਾ ਪੱਧਰ, ਸਤਿਗੁਰਾਂ ਦਾ ਭਰਮਣ ਵੀ ਕਾਂਚੀ ਬਨਾਰਸ ਤੋਂ ਬਾਹਰ ਫਿਰ ਹੋਣ ਲੱਗਾ। ਜਿਸ ਤਰ੍ਹਾਂ ਸਤਿਗੁਰਾਂ ਦਾ ਨਾਮ ਆਹਿਸਤਾ ਆਹਿਸਤਾ ਚੌਹਾਂ ਕੁੰਟਾਂ ਵਿੱਚ ਫੈਲਣ ਲੱਗਾ, ਇਸ ਤਰ੍ਹਾਂ ਫਿਰ ਭਰਮਣ ਵੀ, ਇਹ ਨਹੀਂ ਕਿ ਸਤਿਗੁਰ ਰਵਿਦਾਸ ਮਹਾਰਾਜ ਨੇ ਸਾਰੀ ਉਮਰ ਬਨਾਰਸ ਕਾਂਚੀ ਵਿੱਚ ਬਹਿ ਕੇ ਕੱਢ ਦਿੱਤੀ, ਭਰਮਣ ਕੀਤੇ ਨੇ ਉਹਨਾਂ ਨੇ ਵੀ ਇਕੱਠੇ। ਕਈ ਭਰਮਣ ਤਾਂ ਸਤਿਗੁਰ ਕਬੀਰ ਤੇ ਸਤਿਗੁਰ ਰਵਿਦਾਸ ਮਹਾਰਾਜ ਨੇ ਰਲ ਕੇ ਵੀ ਕੀਤੇ ਨੇ।